ਨਾਮ ਸਿਮਰ ਚਿੰਤਾ ਸਭ ਜਾਏ। ਨਾਮ ਸਿਮਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਿਲਾ ਪੰਜਵਾਂ। ਘੜੀ ਮੋਹਤ ਕਾ ਪਹੁਣਾ, ਕਾਜ ਸਵਾਰਨ ਹਾਰ। ਮਾਇਆ ਕਾਮ ਵਿਆਪਿਆ, ਸਮਝੈ ਨਹੀਂ ਗਵਾਰ। ਉੱਠ ਚਲਿਆ ਪਛਤਾਇਆ, ਭਰਿਆ ਵਸ ਜੰਦਾਰ। ਅੰਧੇ ਤੂੰ ਬੈਠਾ ਕੰਧੀ ਪਾਏ, ਜੇ ਹੋਵਈ ਪੂਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਏ। ਰਹਾਉ। ਅੰਧੇ ਤੂੰ ਬੈਠਾ ਕੰਧੀ ਪਾਏ, ਜੇ ਹੋਵੀ ਪੂਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਅਪਾਰ ਬਖਸ਼ਿਸ਼ ਮਿਹਰਮਤ ਕੀਤੀ, ਤਰਸ ਕੀਤਾ। ਵਾਹਿਗੁਰੂ ਜੀ ਆਪਾਂ ਨੂੰ ਸ਼ਬਦ ਦੀ ਵਿਚਾਰ ਨਾਲ ਜੋੜਿਆ। ਸਤਿਗੁਰ ਕਿਰਪਾ ਕਰਦੇ ਨੇ, ਇੱਕ ਸ਼ਬਦ ਦੀ ਵਿਚਾਰ ਝੋਲੀ ਵਿੱਚ ਪਾਉਂਦੇ ਨੇ ਰੋਜ਼ਾਨਾ। ਸਾਹਿਬ ਜੀ ਕਿਰਪਾ ਕਰਕੇ ਲੜੀਵਾਰ ਜੋ ਸ਼ਬਦ ਦੀ ਵਿਚਾਰ ਸ਼ੁਰੂ ਹੋਈ। ਅਗਲਾ ਸ਼ਬਦ ਹੈ ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਅੰਕ 43 ਦੇ ਉੱਪਰ ਸਬਾਇਮਾਨ ਸ਼ਬਦ ਹੈ। ਵਾਹਿਗੁਰੂ ਜੋ ਰਹਾਉ ਦਾ ਬੰਦ ਹੈ। ਸਾਰੇ ਸ਼ਬਦ ਦਾ ਤਤਸਾਰ ਹੁੰਦਾ ਵਾਹਿਗੁਰੂ ਜੀਓ। ਸਾਹਿਬ ਫਰਮਾਉਂਦੇ ਨੇ, ਅੰਧੇ ਤੂੰ ਬੈਠਾ ਕੰਧੀ ਪਾਏ। ਅੰਨੇ ਬੰਦੇ, ਅੰਨੇ ਦੇਖਣ ਨੂੰ ਦੇਖੋ ਨਾ, ਆਪਾਂ ਸਾਰੇ ਹੁਣ ਅੱਖਾਂ ਵਾਲੇ ਆ। ਗੁਰੂ ਸਾਹਿਬ ਕਹਿੰਦੇ ਨਹੀਂ, ਅੰਨੇ ਹੈ ਸਾਰਾ ਜੀਵ ਅੱਖਾਂ ਵਾਲੇ ਆ। ਚਲੋ ਵਿਰਲੇ ਤਾਂ ਐਵੇਂ ਨੇ ਜਿਨ੍ਹਾਂ ਨੂੰ ਕਰਮਾਂ ਕਰਕੇ ਜਿਨ੍ਹਾਂ ਦੀਆਂ ਅੱਖਾਂ ਬਾਹਰ ਨਹੀਂ ਮਿਲੀਆਂ, ਤਕਰੀਬਨ ਤਾਂ ਸਜਾਖੇ ਹੀ ਨੇ। ਪਰ ਸਾਹਿਬ ਕਹਿੰਦੇ ਨਹੀਂ, ਅੰਧੇ। ਭਾਵ ਕੀ ਹੈ? ਸਾਹਿਬ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋਇਆ ਮਨੁੱਖ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ। ਗੁਰੂ ਸਾਹਿਬ ਕਹਿੰਦੇ ਅੰਨੇ ਸੇ ਨਾ ਆਖੀਐ, ਜਿਨ ਮੁਖ ਲੋਇਣ ਨਾਹੀਂ। ਕਿਹਨੂੰ ਕਿਹਾ? ਗੁਰੂ ਸਾਹਿਬ ਕਹਿੰਦੇ ਅੰਨੇ ਉਹ ਨਹੀਂ ਹਨ ਭਾਈ ਜਿਨ੍ਹਾਂ ਦੇ ਅੱਖਾਂ ਨਹੀਂ ਹਨ, ਜਿਨ੍ਹਾਂ ਦੇ ਚਿਹਰੇ ਦੇ ਉੱਪਰ ਅੱਖਾਂ ਨਹੀਂ ਹਨ। ਸਾਹਿਬ ਕਹਿੰਦੇ ਅੰਨੇ ਕਿਹੜੇ ਨੇ? ਅੰਨੇ ਸੇਈ ਨਾਨਕਾ, ਜੋ ਖਸਮੋਂ ਖੁੱਥੇ ਜਾਏ। ਜਿਹੜੇ ਖਸਮ ਨੂੰ ਵਿਸਾਰ ਕੇ ਹੋਰਾਂ ਚੱਕਰਾਂ ਵਿੱਚ ਪੈ ਰਹੇ, ਸਾਹਿਬ ਕਹਿੰਦੇ ਉਹ ਅੰਨੇ ਅਸਲ ਵਿੱਚ ਕਹਿੰਦੇ ਉਹਨਾਂ ਨੂੰ। ਮਾਇਆ ਦੀ ਮੋਹ ਵਿੱਚ, ਸਰੀਰਾਂ ਦੇ ਮੋਹ ਵਿੱਚ ਫਸੇ ਹੋਏ, ਪਦਾਰਥਾਂ ਦੇ ਮੋਹ ਵਿੱਚ ਫਸੇ ਹੋਏ, ਨਸ਼ਿਆਂ 'ਚ ਫਸੇ, ਵਕਾਰਾਂ ਨਾਲ ਡੁੱਬੇ ਹੋਏ, ਅੰਨੇ ਹੋਏ ਜੀਵ। ਜਿਵੇਂ ਕੋਈ ਰੁੱਖ ਕਹਿੰਦੇ ਨਾ ਨਦੀ ਦੇ ਕੰਢੇ ਉੱਗਿਆ ਹੋਵੇ। ਸਾਹਿਬ ਕਹਿੰਦੇ ਇਹ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਜੀਵ, ਤੂੰ ਐਵੇਂ ਜਿਵੇਂ ਤੂੰ ਬੈਠਾ ਕੰਧੀ ਪਾਏ। ਕੰਧੀ ਕਹਿੰਦੇ ਆ ਨਦੀ ਦੇ ਕੰਢੇ ਨੂੰ, ਦਰਿਆ ਦੇ ਕੰਢੇ ਨੂੰ। ਹੁਣ ਨਦੀ ਦੇ ਕੰਢੇ ਦੇ ਉੱਤੇ ਰੁੱਖ ਹੋਵੇ ਵਾਹਿਗੁਰੂ ਜੀ, ਕੰਢਾ ਹੋਵੇ ਕੱਚਾ, ਤੇ ਜਿਉਂ-ਜਿਉਂ ਨਦੀ ਦਾ ਵਹਾਅ ਵੱਧਦਾ ਜਾਂਦਾ ਹੈ, ਥੱਲਿਓਂ ਖੁਰਦੀ ਜਾਂਦੀ ਮਿੱਟੀ ਰੇਤ ਜੋ ਵੀ, ਤੇ ਇੱਕ ਦਿਨ ਫਿਰ ਉਹ ਢਹਿ ਪੈਂਦਾ ਪਾਣੀ ਦੇ ਵਿੱਚ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਨੇ ਤੂੰ ਵੀ ਜਿਹੜੀ ਮੌਤ ਦੀ ਨਦੀ ਵਗਦੀ ਪਈ ਹੈ ਨਾ, ਮੌਤ ਦੀ ਨਦੀ ਕੰਢੇ ਉੱਤੇ ਬੈਠਾ ਹੈ। ਪਤਾ ਨਹੀਂ ਕਿਹੜੇ ਵੇਲੇ ਤੇਰੀ ਮੌਤ ਆ ਜਾਏ, ਕਦੋਂ ਉਹਨੇ ਆ ਝਪੱਟਾ ਮਾਰਨਾ। ਤੇ ਗੱਲ ਸਮਝਦਾ ਨਹੀਂ ਤੂੰ। ਜੇ ਹੋਵੇਂ ਪੂਰਬ ਲਿਖਿਆ, ਤਾਂ ਗੁਰ ਕਾ ਬਚਨ ਕਮਾਏ। ਜੇ ਤੇਰੇ ਮੱਥੇ ਦੇ ਉੱਤੇ ਪੁਰਬਲੇ ਜਨਮ ਵਿੱਚ ਕਿਤੇ ਪੁਰਬਲੇ ਕਰਮ ਤੇਰੇ ਚੰਗੇ ਹੋਣ, ਪੁਰਬਲੇ ਜਨਮਾਂ ਦੀ ਕੀਤੀ ਤੇਰੀ ਕਮਾਈ ਕਿਤੇ ਚੰਗਾ ਲੇਖ ਤੇਰਾ ਉਗੜ ਆਵੇ, ਅੱਗੇ ਲਿਖਿਆ ਹੋਵੇ, ਤਾਂ ਤੂੰ ਗੁਰ ਕਾ ਸ਼ਬਦ ਕਮਾਏ। ਤਾਂ ਤੂੰ ਗੁਰੂ ਵਾਲਾ ਬਣ ਕੇ ਸ਼ਬਦ ਦੀ ਕਮਾਈ ਕਰੇ, ਫਿਰ ਤੇਰਾ ਕੋ ਹੱਲ ਹੋ ਸਕਦਾ। ਆਤਮਕ ਮੌਤ ਤੋਂ ਬਚ ਸਕਦਾ, ਫਿਰ ਤੂੰ ਵਿਕਾਰਾਂ ਤੋਂ ਬਚ ਸਕਦਾ, ਫਿਰ ਤੂੰ ਮਾਇਆ ਦੇ ਤੱਤੇ ਝੋਲਿਆਂ ਤੋਂ ਬਚ ਸਕਦਾ, ਜੇ ਤੇਰੇ ਕਰਮ ਕਿਤੇ ਚੰਗੇ ਹੋਣ। ਧੁਰੋਂ ਲਿਖੀ ਹੋਵੇ ਖੇਡ ਤੇਰੇ,
ਖੇਡ ਸਾਰੀ ਵਾਹਿਗੁਰੂ ਗੁਰਪ੍ਰਸਾਦ ਹੈ। ਗੁਰਪ੍ਰਸਾਦ ਰਹਾਉ ਦਾ ਬੰਦ ਹੈ। ਹੁਣ ਸਾਹਿਬ ਕਹਿੰਦੇ ਨੇ ਜੋ ਸ਼ਬਦ ਦੀ ਸ਼ੁਰੂਆਤ ਹੈ ਘੜੀ ਮੋਹਤ ਕਾ ਪਾਉਣਾ, ਰਹਾਉ ਦਾ ਜੋ ਬੰਦ ਹੈ ਨਾ, ਉਸ ਰਹਾਉ ਦੇ ਬੰਦ ਦੇ ਦੁਆਲੇ ਸਾਰਾ ਸ਼ਬਦ ਘੁੰਮਣਾ। 4 ਬੰਦਾਂ ਵਾਲੇ ਸ਼ਬਦ ਨੇ ਵਾਹਿਗੁਰੂ। ਹੁਣ ਦੇਖੋ ਤੁਸੀਂ ਸਾਹਿਬ ਕੀ ਕਹਿੰਦੇ ਨੇ, ਘੜੀ ਮੋਹਤ ਕਾ ਪਾਉਣਾ ਕਾਜ ਸਵਾਰਨਹਾਰ। ਕਿਸੇ ਦੇ ਘਰ ਕੋਈ ਘੜੀ 2 ਘੜੀ ਲਈ ਪ੍ਰਾਹੁਣਾ ਗਿਆ ਹੋਵੇ ਨਾ, ਤੇ ਉਹਦੇ ਕੰਮ ਸਵਾਰਨ ਵਾਲਾ ਬਣ ਬੈਠੇ। ਗਿਆ ਤਾਂ ਪ੍ਰਾਹੁਣਾ ਹੈ ਤੇ ਉਹ ਉਹਦੇ ਕੰਮ ਹੀ ਸਵਾਰਨ ਲੱਗ ਜੇ ਬਹਿ ਕੇ, ਨਹੀਂ ਮੈਂ ਕਰਦਾ, ਤੁਸੀਂ ਬੈਠੋ ਜੀ ਮੈਂ ਕਰਦਾ ਬਾਬਾ, ਹੁਣ ਮੈਂ ਤੁਹਾਡੀ ਪੈਲੀ ਵੀ ਵਾਹ ਹੋਣਾ, ਮੈਂ ਖੇਤੀ ਵੀ ਤੁਹਾਡੇ, ਮੈਂ ਤੇ ਹੁਣ ਸਾਰਾ ਤੁਹਾਡਾ ਕੰਮ ਸੰਭਾਲਦਾ ਮੈਂ, ਤੇ ਉਹਦੇ ਕਾਲਜ ਸਵਾਰਨ ਲੱਗ ਜਾਵੇ, ਹੋਵੇ ਪ੍ਰਾਹੁਣਾ ਤੇ ਡੇਰਾ ਹੀ ਲਾ ਕੇ ਬਹਿ ਜੇ। ਇਸੇ ਤਰ੍ਹਾਂ ਸਾਹਿਬ ਕਹਿੰਦੇ ਉਹ ਹਾਸੋਹੀਣੀ ਗੱਲ ਹੁੰਦੀ ਹੈ, ਹੋਵੇ ਪ੍ਰਾਹੁਣਾ ਤੇ ਉਹ ਕਾਜ ਸਵਾਰਨ ਲੱਗ ਜਾਵੇ। ਚਲੋ ਮਾੜਾ ਮੋਟਾ ਤੇ ਕਿਤੇ ਬਣੀ ਗੱਲ, ਤੇ ਜੇ ਉਹ ਸਦੀਵੀ ਵਾਸਤੇ ਬਹਿ ਕੇ ਕਾਲਜ ਹੀ ਸਵਾਰਨ ਲੱਗ ਜੇ, ਆਖੇ ਮੈਂ ਹੀ ਸਵਾਰ ਦਿੰਦਾ ਸਭ ਕੁਛ, ਤੇ ਉਹ ਹਾਸੋਹੀਣੀ ਗੱਲ ਹੁੰਦੀ ਹੈ। ਸਾਹਿਬ ਕਹਿੰਦੇ ਤਿਵੇਂ ਜੀਵ ਇਸ ਜਗਤ ਵਿੱਚ ਘੜੀ 2 ਘੜੀਆਂ ਦਾ ਪ੍ਰਾਹੁਣਾ ਹੀ ਹੈ, ਪਰ ਇਸ ਦੇ ਹੀ ਕੰਮ ਧੰਦੇ ਨਜਿੱਠਣ ਵਿੱਚ ਲੱਗ ਜਾਂਦਾ। ਦੇਖੋ ਕੰਮ ਧੰਦੇ ਨਜਿੱਠਣ 'ਚ ਐਂ ਡਟਿਆ ਜੁਟਿਆ ਪਿਆ, ਇਹਨੂੰ ਭੁੱਲ ਹੀ ਗਿਆ ਵੀ ਮੈਂ ਤਾਂ ਪ੍ਰਾਹੁਣਾ। ਮਾਇਆ ਕਾਮ ਵਿਆਪਿਆ, ਮਾਇਆ ਦੇ ਵਿੱਚ ਕਾਮ ਵਾਸਨਾ ਵਿੱਚ ਫਸਿਆ ਹੋਇਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, 5 ਹੀ ਵਿਕਾਰਾਂ ਨੇ ਢਾਇਆ ਹੋਇਆ। ਵਿਆਪਿਆ, ਫਸਿਆ ਹੋਇਆ। ਸਮਝੈ ਨਹੀਂ ਗਵਾਰ, ਮੂਰਖ ਇਹ ਗੱਲ ਸਮਝਦਾ ਨਹੀਂ, ਅਸਲੀ ਜੀਵਨ ਦਾ ਰਾਹ ਨਹੀਂ ਸਮਝਦਾ। ਜੋ ਗੁਰੂ ਸਾਹਿਬ ਸਮਝਾਉਂਦੇ ਨੇ ਉਹ ਨਹੀਂ ਸਮਝਦਾ ਪਿਆ, ਤੇ ਮਾਇਆ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ ਤੇ ਹੰਕਾਰ ਵਿੱਚ ਆਫਰਿਆ ਹੋਇਆ ਮੂਰਖ ਕਾਮ ਵਾਸ਼ਨਾਵਾਂ ਵਿੱਚ ਹੀ ਫਸਿਆ ਰਹਿੰਦਾ। ਫਿਰ ਸਾਹਿਬ ਕਹਿੰਦੇ ਜਦੋਂ ਉੱਠ ਚੱਲਿਆ ਪਛਤਾਇਆ, ਜਦੋਂ ਉੱਠ ਕੇ ਤੁਰ ਪੈਂਦਾ, ਜਦੋਂ ਸੰਸਾਰ ਵਿੱਚੋਂ ਕੂਚ ਕਰਨ ਦਾ ਟਾਈਮ ਆਉਂਦਾ, ਜਾਣ ਦੀ ਵਾਰੀ ਆ ਗਈ ਨਾ, ਪ੍ਰਾਹੁਣਾ ਸੀ ਤੇ ਜਾਣਾ ਤਾਂ ਹੈ ਹੀ ਸੀ ਇੱਕ ਦਿਨ। ਫਿਰ ਇੱਥੇ ਤਾਂ ਪ੍ਰਾਹੁਣਾ ਸੀ, ਪਿਵਕੜਾ ਦਿਨ 4 ਹੈ ਸਹੁਰੜੇ ਜਾਣਾ ਤਾਂ ਹੈ ਹੀ ਸੀ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ, ਜਾਣਾ ਤਾਂ ਹੈ ਹੀ ਸੀ। ਵਾਅਦਾ ਕੀਤਾ ਸੀ ਗੁਰੂ ਸਾਹਿਬ ਨਾਲ ਵੀ ਜਾਣਾ ਹੀ ਜਾਣਾ, ਤੇ ਪੱਕਾ ਕੋਈ ਹੈ ਨਹੀਂ। ਤੇ ਜਦੋਂ ਵਾਰੀ ਆ ਗਈ ਜਾਣ ਦੀ, ਫਿਰ ਪਛਤਾਇਆ। ਇਸ ਟਾਈਮ ਦੇਖੋ ਕੌਣ ਪਛਤਾਉਂਦਾ ਪਿਆ, ਕੋਈ ਪਛਤਾਉਂਦਾ? ਹਰ ਇੱਕ ਜੀਵ ਆਪੋ ਆਪਣੇ ਕੰਮ ਧੰਦਿਆਂ ਦੇ ਵਿੱਚ ਮਸਤ ਹੈ, ਵਿਕਾਰਾਂ ਵਿੱਚ ਡੁੱਬਿਆ ਹੋਇਆ, ਉਹਨੂੰ ਰੱਬ ਭੁੱਲਿਆ, ਮੌਤ ਭੁੱਲੀ ਹੋਈ ਹੈ, ਤੇ ਪਛਤਾ ਥੋੜ੍ਹਾ ਰਿਹਾ ਕੋਈ। ਪਛਤਾਉਂਦਾ ਸਿਰਫ ਇਸ ਕਰਕੇ ਵੀ ਹਾਏ ਮੇਰੀ ਮਾਇਆ ਤੁਰ ਗਈ, ਹਾਏ ਮੈਂ ਮਰ ਗਿਆ, ਹਾਏ ਮੈਂ ਡੁੱਬ ਗਿਆ, ਇਸ ਗੱਲੋਂ ਪਛਤਾਉਂਦਾ। ਇਹ ਨਹੀਂ ਪਛਤਾਉਂਦਾ ਵੀ ਹਾਏ ਮੇਰੇ ਸਵਾਸ ਨਿਕਲ ਗਏ, ਹਾਏ ਮੇਰੀ ਉਮਰ ਘਟਦੀ ਜਾ ਰਹੀ ਹੈ, ਮੈਂ ਨਾਮ ਨਹੀਂ ਜਪਿਆ, ਇਸ ਗੱਲ ਦਾ ਉਹਨੂੰ ਕੋਈ ਪਛਤਾਵਾ ਨਹੀਂ। ਪਛਤਾਵਾ ਸਿਰਫ ਇਹੀ ਹੈ ਵੀ ਮੈਂ ਕੰਮ ਨਹੀਂ ਕਰ ਸਕਿਆ, ਮੇਰਾ ਕੰਮ ਨਹੀਂ ਚੱਲਦਾ, ਜਾਂ ਮੈਂ ਪੈਸੇ ਨਹੀਂ ਜੋੜੇ, ਮੈਂ ਆਹ ਨਹੀਂ ਕੀਤਾ, ਮੈਂ ਉਹ ਕਰਨਾ ਸੀ, ਉਸ ਚੀਜ਼ ਦਾ ਪਛਤਾਵਾ ਰਹਿੰਦਾ। ਅਸਲ ਵਿੱਚ ਪਛਤਾਵਾ ਸਾਹਿਬ ਕਹਿੰਦੇ ਹੋਣਾ ਚਾਹੀਦਾ ਸੀ ਤੂੰ ਨਾਮ ਨਹੀਂ ਜਪਿਆ। ਜਦੋਂ ਗਿਆ ਅੱਗੇ ਜਾ ਕੇ ਪਛਤਾਉਣਾ ਪੈਣਾ। ਪਰਿਆ ਵਸ ਜੰਦਾਰ, ਜਮਾਂ ਦੇ ਵਸ ਜਦੋਂ ਪਿਆ ਨਾ, ਜਮਾਂ ਦੇ ਵਸ ਵਿੱਚ ਪਿਆ। ਅਵੇੜਾ ਜਮ ਹੈ, ਅਵੇੜਾ ਜਮ ਜਿਹੜਾ ਪਤਾ ਉਦੋਂ ਲੱਗਦਾ ਵੀ ਉਹ ਕੀ ਕਰਦਾ। ਸਾਹਿਬ ਕਹਿੰਦੇ ਇਹੀ ਗੱਲ ਸਮਝ, ਤੂੰ ਅੰਨਾ ਹੋਇਆ ਫਿਰਦਾ ਮਾਇਆ ਦੇ ਮੋਹ ਵਿੱਚ, ਅੰਧੇ ਤੂੰ ਬੈਠਾ ਕੰਧੀ ਪਾਏ। ਕਿਨਾਰੇ 'ਤੇ ਬੈਠਾ, ਜੇ ਹੋਵੇ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਏ। ਜੇ ਤੇਰੇ ਕਿਤੇ ਕਰਮ ਪੁਰਬ ਲਈ ਜਾਗ ਜਾਣ, ਜੇ ਤੇ ਕਰੀ ਕਮਾਈ ਕੀਤੀ ਹੋਵੇ, ਕਿਤੇ ਕੋਈ ਸੇਵਾ ਕਮਾਈ ਹੋਵੇ, ਤਾਂ ਤੈਨੂੰ ਵਾਹਿਗੁਰੂ ਦੀ ਕਿਰਪਾ ਕਰਕੇ ਨਾਮ ਦੀ ਦਾਤ ਦੇਵੇ, ਤੇ ਤੂੰ ਵੀ ਉਹ ਆਤਮਕ ਕਮਾਈ ਕਰੇ, ਉੱਚਾ ਜੀਵਨ ਬਣਾ ਸਕੇ, ਗੁਰਾਂ ਦੇ ਹੁਕਮ ਦਾ ਪਾਲਣਾ ਕਰੇ। ਰਹਾਉ ਹਰੀ ਨਹੀਂ ਨਹਿ ਡਡਰੀ, ਪੱਕੀ ਵੱਢਣ ਹਾਰ। ਡਡਰੀ ਹੁੰਦੀ ਖੇਤੀ, ਉਹ ਖੇਤੀ ਜਿਸ ਨੂੰ ਪੈ ਚੁੱਕੇ ਦਾਣੇ ਅਜੇ ਕੱਚੇ ਤੇ ਨਰਮ ਹੁੰਦੇ ਨੇ। ਕਣਕ ਬੀਜੀ ਹੈ ਨਾ, ਕਣਕ ਦੇ ਦਾਣੇ ਨਾ ਕੱਚੇ ਜਿਹੇ ਹੁੰਦੇ ਆ, ਦੁਧੀਆਂ ਜਿਹੀਆਂ ਬਣਿਆ ਹੁੰਦਾ, ਵਿੱਚ ਦੁਧੀਆ ਜਿਹਾ ਬਣਿਆ ਹੁੰਦਾ, ਪੂਰਾ ਨਾ ਦਾਣਾ ਪੱਕਿਆ ਨਹੀਂ ਹੁੰਦਾ, ਕੱਚਾ।
ਚੌਲਾਂ ਦੇ ਦਾਣੇ ਦਾ ਆਪਾਂ ਦੇਖਦੇ ਨਾ ਕੱਚੇ ਕੱਚੇ ਜਿਹੇ ਹੁੰਦੇ ਵਿੱਚ, ਚੌਲ ਅਜੇ ਪੂਰਾ ਬਣਿਆ ਨਹੀਂ। ਤੇ ਜ਼ਰੂਰੀ ਨਹੀਂ ਵੀ ਪੱਕੀ ਤੇ ਹੀ ਵੱਢੀ ਜਾਵੇ, ਕਿਤੇ ਕੋਈ ਲੋੜ ਪੈ ਜੇ, ਕੋਈ ਸਮਾਂ ਇਹੋ ਜਿਹਾ ਬਣ ਜਾਂਦਾ ਤੇ ਕਿਸਾਨ ਕੱਚੀਆਂ ਹੀ ਵੱਢ ਲੈਂਦੇ। ਕੋਈ ਸਮਾਂ ਆ ਜਾਂਦਾ ਆ ਕਿਤੇ ਉਹ ਲਿਆ ਕੇ ਦਾਤ ਪਹੁੰਚ ਜਾਂਦੇ ਵੀ ਵੱਢ ਲਓ ਭਰਾਵਾ, ਹੁਣ ਕੀ ਕਰਨਾ, ਡੰਗਰਾਂ ਨੂੰ ਪਾਉਣੀ ਹੈ ਜਾਂ ਹੋਰ ਕੰਮ ਕਰਨਾ, ਤੇ ਉਹ ਵੱਢ ਲੈਂਦੇ ਆ। ਉਹ ਨਹੀਂ ਦੇਖਦੇ ਵੀ ਪੱਕੇਗੀ ਕਿਤੇ ਵੱਢਾਂਗੇ ਨਾ। ਜਦੋਂ ਇਹ ਵੱਢੀ ਨਾ ਵੱਢੀ ਜਾਏ ਨਾ, ਜੇ ਜ਼ਰੂਰੀ ਨਹੀਂ ਕਿ ਹਰੀ ਖੇਤੀ ਨਾ ਵੱਢੀ ਜਾਏ, ਵੱਢੀ ਜਾਂਦੀ ਹੈ। ਸੇਮ ਸਿਸਟਮ ਹੈ ਸਾਹਿਬ ਕਹਿੰਦੇ, ਜ਼ਰੂਰੀ ਥੋੜ੍ਹਾ ਵੀ ਹੁਣ ਤੇਰੀ ਜਿਹੜੀ ਉਮਰ ਹੈ ਵੀ ਤੂੰ ਪੱਕਿਆਂ 'ਤੇ ਹੀ ਜਾਣਾ। ਗੱਲ ਸਮਝਾਉਣ ਦੀ ਇਹ ਹੈ, ਉਦਾਹਰਨ ਦਿੱਤੀ ਹੈ ਫਸਲ ਦੀ, ਗੱਲ ਸਮਝਾ ਰਹੇ ਨੇ ਸਾਹਿਬ। ਜ਼ਰੂਰੀ ਨਹੀਂ ਵੀ ਹੁਣ ਤੂੰ ਮੰਨ ਲਓ ਧਰਤੀ 'ਤੇ ਆਇਆ ਅਤੇ ਵੀ ਤੁਹਾਨੂੰ ਤੂੰ 100 ਸਾਲ ਜੀਣਾ ਹੀ ਜੀਣਾ ਨਾ। ਕੱਚੀ ਤੋਂ ਭਾਵ ਕਹਿੰਦਾ ਬਚਪਨ ਵਿੱਚ ਹੀ ਜੰਮਦੇ ਹੀ ਮਰ ਜਾਂਦੇ ਨੇ। ਉਹ ਕੀ ਹੈ, 5-7 ਸਾਲ ਦਾ ਹੋਇਆ ਤਾਂ ਮਰ ਗਿਆ, 10-20 ਸਾਲ ਦਾ ਹੋਇਆ ਤਾਂ ਮਰ ਗਿਆ, 35-40 ਸਾਲ ਦਾ, 50 ਸਾਲ ਦਾ ਹੋਇਆ ਤਾਂ ਮਰ ਗਿਆ, ਨਾ ਜਵਾਨੀ 'ਚ ਤੁਰ ਗਿਆ। ਇਹਨੂੰ ਕਹਿੰਦੇ ਆ ਪੱਕੀ। ਪੱਕੀ ਨਹੀਂ, ਕੱਚੀ ਹੋਈ ਵੱਢ ਲਈ। ਵਾਹਿਗੁਰੂ ਨੇ ਕੱਚੀ ਪੱਕਣ ਹੀ ਨਹੀਂ ਦਿੱਤੀ, ਪਹਿਲਾਂ ਹੀ ਵੱਢ ਲਈ। ਲੈ ਲੈ ਦਾਤ ਪਹੁੰਚਿਆ, ਲੈ ਲੈ ਦਾਤ ਪਹੁੰਚਿਆ। ਪਹੁੰਚਿਆ ਹੁੰਦਾ ਪਹੁੰਚ ਗਏ, ਲਾਵੇ ਕਰ ਤਿਆਰ। ਖੇਤ ਦਾ ਮਾਲਕ ਜਦੋਂ ਚਾਹੁੰਦਾ ਵੱਢੇ ਤੇ ਲੈ ਕੇ ਵਾਢਿਆਂ ਨੂੰ ਤਿਆਰ ਕਰਕੇ ਆ ਜਾਂਦਾ ਵੱਢਣ ਵਾਸਤੇ। ਤੇ ਹੁਣ ਖੇਤ ਦਾ ਮਾਲਕ ਇਹ ਸਰੀਰ ਕੀ ਹੈ? ਸਰੀਰ ਖੇਤ। ਵਾਹਿਗੁਰੂ ਨੇ ਆਪਾਂ ਕਿ ਮਨ ਹਾਲੀ ਕਿਰਸਾਨੀ ਕਰਨੀ, ਮਨ ਹਾਲੀ ਕਿਰਸਾਨੀ ਕਰਨੀ, ਤਨ ਖੇਤ, ਨਾਮ ਬੀਜ ਸੰਤੋਖ, ਤਹਾਗਾ ਰਾਖਰ ਗਰੀਬੀ ਵੇਸ। ਗੁਰੂ ਸਾਹਿਬ ਨੇ ਦੱਸਿਆ ਵੀ ਇਹ ਤੇਰਾ ਤਨ ਇੱਕ ਖੇਤ, ਇਹਦੇ ਵਿੱਚ ਨਾਮ ਬੀਜ ਲੈ। ਤੇ ਇਹ ਜਿਹੜਾ ਖੇਤ ਸਰੀਰ ਖੇਤ ਇਹਦਾ ਮਾਲਕ ਕੌਣ ਹੈ? ਵਾਹਿਗੁਰੂ। ਜਦੋਂ ਵਾਹਿਗੁਰੂ ਚਾਹੇ ਵੱਢਣ ਆ ਜਾਏ ਇਹਦੇ 'ਚ ਉਹਨੂੰ ਕਿਹੜਾ ਕੋਈ ਰੋਕ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਕਹਿੰਦੇ ਜਦੋਂ ਆ ਗਿਆ ਉਹਨੇ ਆਪਣੀਆਂ ਦਾਤਰੀਆਂ ਫੜਾ ਕੇ ਲੈ ਕੇ ਵਾਢੇ ਪਹੁੰਚ ਜਾਂਦੇ ਨੇ, ਆ ਜਾਂਦੇ ਨੇ। ਆ ਜਾਓ ਭਾਈ ਮਿੱਤਰੋ, ਚਲੋ ਸ਼ਤਾਬ ਦੀਵਾਨ ਬੁਲਾਇਆ, ਚੱਲ ਅਮਲ ਸਰਾਨੋ ਲੇਖਾ ਦੇਣਾ, ਕਿਆ ਤਾਂ ਖਟਿਆ ਕਿਆ ਕਹਾਂ ਗਵਾਇਆ। ਚਲੋ ਸ਼ਤਾਬ ਦੀਵਾਨ ਬੁਲਾਇਆ, ਆ ਚੱਲ ਮਿੱਤਰਾ ਦੱਸ ਯਾਰਾ ਕੀ ਕੀਤਾ ਤੇ ਕੀ ਕਮਾਇਆ। ਜਾਂ ਹੋਇਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਦਾਰ। ਜਦੋਂ ਖੇਤ ਦੇ ਮਾਲਕ ਦਾ ਹੁਕਮ ਹੋ ਜਾਂਦਾ ਹੈ ਵਾਹਿਗੁਰੂ ਜੀ, ਉਹ ਵਾਢੇ ਖੇਤ ਨੂੰ ਵੱਢ ਕੇ ਸਾਰਾ ਖੇਤ ਮਿਣ ਲੈਂਦੇ ਨੇ। ਇਸੇ ਤਰ੍ਹਾਂ ਜਗਤ ਦਾ ਮਾਲਕ ਵਾਹਿਗੁਰੂ ਜਦੋਂ ਹੁਕਮ ਕਰਦਾ, ਜੰਮ ਆ ਕੇ ਜੀਵਾਂ ਨੂੰ ਲੈ ਜਾਂਦੇ ਨੇ। ਚਾਹੇ ਬਾਲ ਉਮਰ ਹੋਵੇ, ਚਾਹੇ ਜਵਾਨ ਹੋਵੇ, ਤੇ ਚਾਹੇ ਹੋਵੇ ਬੁੱਢਾ, ਉਹ ਨਹੀਂ ਵੇਖਦੇ। ਹੁਕਮ ਹੋਣਾ ਚਾਹੀਦਾ ਵਾਹਿਗੁਰੂ ਦਾ, ਹੁਕਮ ਦੇ ਮੁਤਾਬਕ ਕੰਮ ਕਰਦੇ ਨੇ। ਉਹਨੇ ਹੁਕਮੀ ਬੰਦਾ, ਹੁਕਮ ਦੇ ਨਾਲ ਚੱਲਣਾ। ਪਹਿਲਾ ਪੈਰ ਧੰਦੇ ਗਿਆ, ਦੂਜੇ ਭਰ ਸੋਇਆ। ਮਾਇਆ ਦੇ ਗ੍ਰਸੇ ਹੋਏ ਮੂਰਖ ਮਨੁੱਖ ਦੀ ਜੀਵਨ ਰਾਤ ਦਾ ਪਹਿਲਾ ਪਹਿਰ ਦੁਨੀਆ ਦੇ ਧੰਦਿਆਂ ਵਿੱਚ ਬੀਤ ਜਾਂਦਾ। ਦੂਜੇ ਪਹਿਰ ਮੋਹ ਦੀ ਨੀਂਦ ਵਿੱਚ ਰੱਜ ਕੇ ਸੁੱਤਾ। ਰੱਜ ਕੇ ਪਹਿਲਾ ਪੈਰ ਧੰਦੇ ਗਿਆ, ਕੰਮ ਧੰਦਿਆਂ ਦੇ ਵਿੱਚ ਹੀ ਵਾਹਿਗੁਰੂ ਜ਼ਿੰਦਗੀ ਬਤੀਤ ਕੀਤੀ। ਪਹਿਲਾਂ ਆਪਣੇ ਆਪ ਨੂੰ ਕਾਮਯਾਬ ਕਰਨਾ ਜੀ, ਪੈਰਾਂ 'ਤੇ ਖਲੋਣਾ ਜੀ। ਉਹ ਪੈਰਾਂ 'ਤੇ ਖਲੋਂਦਾ ਕਹਿੰਦਾ ਦੂਜੇ ਭਰ ਸੋਇਆ। ਜਦੋਂ ਪੈਰਾਂ 'ਤੇ ਖਲੋਂਦਾ ਨਾ ਤੇ ਫਿਰ ਕਹਿੰਦਾ ਹੁਣ ਜਰਾ ਆਰਾਮ ਕਰ ਲਈਏ, ਹੁਣ ਜਰਾ ਸੌਂ ਲਈਏ। ਰੱਜ ਕੇ ਸੌਂਦਾ। ਫਿਰ ਤੀਜੇ ਝਾਕ ਚਖਾਇਆ, ਚੌਥੇ ਭੋਰ ਪਿਆ। ਤੀਜੇ ਪੈਰ ਵਿਸ਼ੇ ਭੋਗਦਾ ਰਹਿੰਦਾ। ਉਮਰ ਦੇ ਪੜਾਵ ਦੱਸੇ ਨੇ ਨਾ, 25-25 ਸਾਲ ਦਾ ਪ੍ਰੋਗਰਾਮ ਬਣਾ ਲਓ ਤੁਸੀਂ। ਪਹਿਲਾਂ 25 ਸਾਲ ਕੰਮ ਕੀਤਾ, ਫਿਰ ਥੋੜ੍ਹਾ ਜਿਹਾ ਆਨੰਦ ਲਿਆ, ਮੁੜ ਕੇ ਵਿਸ਼ੇ ਵਿਕਾਰ ਭੋਗੇ। ਚੌਥੇ ਭੌਰ ਪਿਆ, ਫਿਰ ਚੌਥਾ ਪਹਿਰ ਆ ਗਿਆ। ਕਹਿੰਦਾ ਦਿਨ ਚੜ੍ਹ ਪੈਂਦਾ, ਵਡੇਪਾ ਆ ਗਿਆ, ਮੌਤ ਆ ਰੁਕਦੀ ਹੈ। ਫਿਰ ਚੌਥੇ ਪਹਿਰ 'ਤੇ ਮੌਤ ਆ ਪਹੁੰਚਦੀ ਹੈ ਨਾ। ਕਦ ਹੀ ਚੇਤਨ ਆਇਓ, ਤੀਜੇ ਅੰਦਰ ਬੇਹੁਦਾ ਬਕਵਾਸ ਕਰਦਾ ਏ, ਤੇ ਚੌਥੇ ਅੰਦਰ ਮੌਤ ਦਾ ਦਿਨ ਚੜ੍ਹ ਜਾਂਦਾ ਏ। ਤੇ ਕਹਿੰਦੇ ਕਦ ਹੀ ਚੇਤਨ ਨਾ ਆਇਓ, ਜਿਨ ਜੀਓ ਪਿੰਡ ਦੀਆਂ। ਜਿਸ ਵਾਹਿਗੁਰੂ ਨੇ ਜਿੰਦ ਦਿੱਤੀ ਸੀ, ਸਰੀਰ ਦਿੱਤਾ ਸੀ, ਉਹ ਕਦੇ ਚੇਤੇ ਵਿੱਚ ਹੀ ਨਹੀਂ ਆਇਆ, ਉਸ ਨੂੰ ਕਦੇ ਯਾਦ ਹੀ ਨਹੀਂ ਕਰਦਾ। ਗੁਰੂ ਵਾਲਾ ਬਣੇਗਾ ਤੇ ਯਾਦ ਕਰੇਗਾ ਨਾ। ਗੁਰੂ ਵਾਲਾ ਬਣਿਆ ਨਹੀਂ, ਬਾਣੀ ਵਿਚਾਰੀ ਨਹੀਂ, ਗੁਰੂ ਸਾਹਿਬ ਕੋਲ ਬੈਠਾ ਨਹੀਂ, ਗੁਰਦੁਆਰੇ ਗਿਆ, ਗੇੜੀ ਕੱਢੀ, ਭਵਾਡ ਨਹੀਂ ਦਿੱਤੀ ਤੇ ਘਰ ਨੂੰ ਆ ਗਏ। ਮੈਂ ਮੱਥਾ ਟੇਕ ਆਇਆ ਜੀ, ਚਲੋ। ਨਾ ਗੁਰੂ ਸਾਹਿਬ ਕੋਲ ਬੈਠੇ, ਨਾ ਕੋਈ ਗੱਲ ਕੀਤੀ।
ਵਾਹਿਗੁਰੂ ਕਹਿੰਦੇ ਨਹੀਂ ਪੁੱਤਰ ਇਦਾਂ ਗੱਲ ਨਹੀਂ ਬਣਨੀ, ਟਾਈਮ ਕੱਢ, ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ। हे ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਤੋਂ ਮੈਂ ਸਦਕੇ ਜਾਂਦਾ ਹਾਂ। ਦੇਖੋ ਸਾਧ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਤੋਂ ਮੈਂ ਸਦਕੇ ਜਾਂਦਾ ਹਾਂ, ਸਾਧ ਸੰਗਤ ਤੋਂ ਆਪਣੀ ਜਿੰਦ ਨੂੰ ਕੁਰਬਾਨ ਕਰਦਾ ਹਾਂ, ਜਿਹਦੇ ਵਿੱਚ ਰਹਿ ਕੇ ਮੈਨੂੰ ਸਹੀ ਜੀਵਨ ਜਿਉਣ ਦਾ ਢੰਗ ਸਮਝ ਆਉਂਦਾ, ਜਿੱਥੋਂ ਨਾਮ ਜਪਣ ਦੀ ਪ੍ਰੇਰਨਾ ਮਿਲਦੀ ਹੈ। ਜਿਸ ਤੇ ਸੋਜੀ ਮਨ ਪਈ, ਦੇਖੋ ਕਿਉਂ ਵਾਰਨ, ਕਿਉਂ ਸੰਗਤ ਤੋਂ ਕੁਰਬਾਨ ਕਿਉਂ ਜਾਣਾ, ਕਾਰਨ ਦੱਸਿਆ ਗੁਰੂ ਸਾਹਿਬ ਨੇ ਅੱਗੇ ਨਾਲ ਹੀ। ਕਿਉਂ ਮੈਨੂੰ ਗੁਰੂ ਦੀ ਸੰਗਤ ਵਿੱਚੋਂ ਸੋਝੀ ਮਿਲੀ ਹੈ। ਸੋਝੀ ਕੀ ਮਿਲੀ ਹੈ? ਵੀ ਮੈਂ ਸਰੀਰ ਇੱਕ ਨਹੀਂ ਦੋ ਹਾਂ, ਮਿੱਟੀ ਦਾ ਸਰੀਰ ਇੱਥੇ ਰਹਿ ਜਾਣਾ ਹੈ, ਅੰਦਰਲੇ ਸਰੀਰ ਦੀ ਸੋਝੀ ਗੁਰੂ ਸਾਹਿਬ ਨੇ ਬਖਸ਼ ਦਿੱਤੀ ਹੈ। ਹੁਣ ਅੰਦਰਲੇ ਨੂੰ ਤਿਆਰ ਕਰ ਰਿਹਾ ਮੈਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ। ਹੁਣ ਮੈਨੂੰ ਪਰਾਇਆ ਤਨ ਜਿਹੜਾ ਨਹੀਂ ਲੁਭਾਉਂਦਾ, ਇਹ ਮੈਨੂੰ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਹੈ। ਮੈਨੂੰ ਪਰਾਇਆ ਧਨ ਹੁਣ ਨਹੀਂ ਲੁਭਾਉਂਦਾ, ਕਿਉਂ? ਇਹ ਮੈਨੂੰ ਸੋਝੀ ਸੰਗਤ ਵਿੱਚੋਂ ਮਿਲੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚੋਂ। ਹੁਣ ਮੇਰੀਆਂ ਅੱਖਾਂ ਪਰਾਇਆ ਤਨ ਨਹੀਂ ਤੱਕਦੀਆਂ, ਸਾਰਿਆਂ ਵਿੱਚ ਵਾਹਿਗੁਰੂ ਵੇਖਦੀਆਂ ਨੇ। ਇਹ ਸੋਝੀ ਬਖਸ਼ੀ ਹੈ ਮੈਨੂੰ ਗੁਰੂ ਨੇ, ਇਹ ਸੋਝੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ੀ ਹੈ। ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਨ। ਦਿਲ ਦੀਆਂ ਜਾਣਨ ਵਾਲਾ, ਸੁਜਾਨ, ਸਿਆਣਾ। ਗੁਰੂ ਦੀ ਸੰਗਤ ਤੋਂ ਮਨ ਵਿੱਚ ਵਾਹਿਗੁਰੂ ਦੇ ਸਿਮਰਨ ਦੀ ਸੂਝ ਪੈਂਦੀ ਹੈ, ਵਿਕਾਰਾਂ ਵੱਲੋਂ ਬੰਦਾ ਸੁਚੇਤ ਹੋ ਜਾਂਦਾ। ਤੇ ਸੰਗਤ ਦੇ ਰਾਹੀਂ ਸਾਹਿਬ ਕਹਿੰਦੇ ਆ ਦਿਲ ਦੇ ਜਾਣਨ ਵਾਲੇ ਅਕਾਲ ਪੁਰਖ ਦੀ ਸਾਂਝ ਪੈਂਦੀ ਹੈ, ਮਿਲ ਪੈਂਦਾ, ਮਤਲਬ ਵਾਹਿਗੁਰੂ ਮਿਲਿਆ ਪੁਰਖ ਸੁਜਾਨ। ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ। हे ਨਾਨਕ ਅੰਤਰਜਾਮੀ ਸੁਜਾਨ ਵਾਹਿਗੁਰੂ ਨੂੰ ਸਾਧ ਸੰਗਤ ਦੀ ਕਿਰਪਾ ਦੇ ਨਾਲ ਮੈਂ ਸਦਾ ਹੁਣ ਆਪਣੇ ਅੰਗ ਸੰਗ ਵੇਖਿਆ ਹੈ, ਵੇਖਦਾ ਹਾਂ। ਨਿਰਾ ਪੜ੍ਹਦਾ ਹੀ ਨਹੀਂ ਹਾਂ ਵੀ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਹੁਣ ਮੈਂ ਮਹਿਸੂਸ ਕਰਦਾ ਤੇ ਮੈਨੂੰ ਇਸ ਗੱਲ ਦਾ ਗਿਆਨ ਗੁਰੂ ਨੇ ਬਖਸ਼ਿਆ, ਮੈਂ ਤੇਰੇ ਨਾਲ ਹਾਂ, ਤੂੰ ਸਿਰਫ ਤੇ ਸਿਰਫ ਨਾਮ ਜਪ, ਬਾਣੀ ਨੂੰ ਪੜ੍ਹਿਆ ਕਰ, ਵਿਚਾਰਿਆ ਕਰ, ਜੀਵਨ ਉੱਚਾ ਕਰ। ਇਹ ਗੁਰੂ ਨੇ ਸੋਝੀ ਬਖਸ਼ੀ ਹੈ, ਇਹ ਖੇਡ ਸਮਝਾ ਦਿੱਤੀ ਹੈ। ਹੁਣ ਮੈਂ ਡਿੱਠਾ ਤੋਂ ਭਾਵ ਮਹਿਸੂਸ ਕਰ ਲਿਆ ਹੈ, ਅਨੁਭਵ ਹੋ ਗਿਆ ਹੈ, ਮੈਨੂੰ ਗੁਰੂ ਨੇ ਕਿਰਪਾ ਕਰ ਦਿੱਤੀ, ਅੱਖਾਂ ਬਖਸ਼ ਦਿੱਤੀਆਂ ਸਾਰਿਆਂ ਦੇ ਵਿੱਚ ਵਾਹਿਗੁਰੂ ਵੇਖਣ ਵਾਲੀਆਂ। ਦੇਖੋ ਨਾਨਕ ਡਿੱਠਾ ਸਦਾ ਨਾਲ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਾਹਿਬ ਵੀ ਇਹੀ ਕਹਿੰਦੇ ਆ। ਸੋਝੀ ਪਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨ ਨਾਲ, ਬਾਣੀ ਪੜ੍ਹਨ ਨਾਲ ਤੇ ਵਿਚਾਰਨ ਨਾਲ, ਤਾਂ ਇਹ ਖੇਡ ਬਣੀ ਹੈ। ਸੋ ਵਾਹਿਗੁਰੂ ਸ਼ਬਦ ਦੀ ਸਮਾਪਤੀ ਹੋਈ। 74 ਨੰਬਰ ਸ਼ਬਦ ਹੈ ਵਾਹਿਗੁਰੂ ਸ੍ਰੀ ਰਾਗ ਦੇ ਅੰਦਰ, 74 ਸ਼ਬਦ ਪੂਰੇ ਹੋਏ। 4 ਪਦਾਂ ਵਾਲਾ ਸੀ ਇਹ ਪੰਜਵੇਂ ਪਾਤਸ਼ਾਹ ਦਾ ਚੌਥਾ ਸ਼ਬਦ, ਪੰਜਵੇਂ ਪਾਤਸ਼ਾਹ ਦਾ ਚੌਥਾ ਸ਼ਬਦ ਹੈ ਵਾਹਿਗੁਰੂ। ਪਹਿਲਾਂ ਆਪਾਂ ਤੁਹਾਨੂੰ ਦੱਸੀ ਸਾਰੀ ਗੱਲ, 33, 31, 6 ਤੇ 4, 74 ਸ਼ਬਦ ਬਣ ਗਏ ਟੋਟਲ ਜੋੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।